ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਦਾ ਵਿਪ ਰਾਜਸੀ ਪਾਰਟੀਆਂ ਲਈ ਇਮਤਿਹਾਨ ਦੀ ਘੜੀ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ 5 ਜੂਨ ਨੂੰ ਖੇਤੀ ਆਰਡੀਨੈਂਸ ਲਿਆਂਦੇ ਗਏ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਖੇਤੀ ਕਾਨੂੰਨ ਬਣਾ ਦਿੱਤਾ ਗਿਆ ਤੇ ਇਹਨਾਂ ਕਾਨੂੰਨਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੇ ਦਿਨ ਤੋਂ ਵਿਰੋਧ ਕੀਤਾ ਜਾ ਰਿਹਾ ਸੀ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਿਛਲੇ ਲਗਭਗ 7.5 ਮਹੀਨਿਆਂ ਤੋਂ ਦਿੱਲੀ ਦੀ ਬਰੂਹਾਂ 'ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਜਿਸ ਨੂੰ ਮਜ਼ਬੂਤ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਨਿੱਤ ਜਿਹੜਾ ਹੈਗਾ ਨਵੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤੇ ਇਸ ਅੰਦੋਲਨ ਵਿੱਚ ਜਿੱਥੇ ਦੇਸ਼ ਭਰ ਦੇ ਵੱਖ-ਵੱਖ ਵਰਗਾਂ ਦੇ ਲੋਕ ਆਪਣੀ ਹਮਾਇਤ ਕਰ ਰਹੇ ਨੇ, ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਜਨਤਾ ਪਾਰਟੀ ਤੇ ਉਸ ਦੀ ਭਾਈਵਾਲ ਪਾਰਟੀਆਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸੇ ਵੀ ਰਾਜਸੀ ਪਾਰਟੀ ਨੂੰ ਆਪਣੀ ਸਟੇਜਾਂ 'ਤੇ ਨਹੀਂ ਚੜ੍ਹਨ ਦਿੱਤਾ ਜਾ ਰਿਹਾ, ਨਾ ਹੀ ਸਿੱਧੇ ਤੌਰ 'ਤੇ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦਿੱਤਾ ਜਾ ਰਿਹਾ। ਪਰ ਫਿਰ ਵੀ ਦੇਸ਼ ਦੀ ਸਾਰੀ ਰਾਜਸੀ ਪਾਰਟੀਆਂ ਬਾਹਰੀ ਤੌਰ 'ਤੇ ਜਿਹੜਾ ਹੈਗਾ ਕਿਸਾਨ ਅੰਦੋਲਨ ਦੀ ਹਮਾਇਤ ਦਾ ਵੱਡੇ ਐਲਾਨ ਕਰ ਰਹੀਆਂ ਨੇ, ਵੱਡੇ ਬਿਆਨ ਦੇ ਰਹੀਆਂ ਨੇ, ਪਰ ਕਿਸਾਨਾਂ ਵੱਲੋਂ ਉਹਨਾਂ ਤੋਂ ਆਪ ਹੀ ਜਿਹੜੀ ਹੈ ਦੂਰੀ ਬਣਾਈ ਹੋਈ ਹੈ, ਜਿਸ ਕਰਕੇ ਉਹ ਸਿੱਧੇ ਤੌਰ 'ਤੇ ਅੰਦੋਲਨ 'ਚ ਸ਼ਾਮਲ ਨਹੀਂ ਹੋ ਪਾ ਰਹੀ। ਪਰ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ, ਕੇਂਦਰ ਸਰਕਾਰ ਵੱਲੋਂ 19 ਜੁਲਾਈ ਤੋਂ ਮੌਨਸੂਨ ਸੈਸ਼ਨ ਸ਼ੁਰੂ ਕੀਤਾ ਜਾਣਾ ਹੈ, ਜੋ ਕਿ ਅਗਸਤ ਮਹੀਨੇ ਤੱਕ ਚੱਲੇਗਾ ਤੇ ਸੰਯੁਕਤ ਕਿਸਾਨ ਮੋਰਚੇ ਨੇ ਇਸ ਮੌਨਸੂਨ ਸੈਸ਼ਨ ਲਈ ਇੱਕ ਸਾਂਝੇ ਤੌਰ 'ਤੇ ਵੋਟਰਸ ਵਿਪ ਜਾਰੀ ਕੀਤਾ, ਜੋ ਕਿ ਵਿਰੋਧੀ ਧਿਰ ਦੀ ਪਾਰਟੀਆਂ ਨੂੰ ਜਾਰੀ ਕੀਤਾ ਤੇ ਉਹਨਾਂ ਦੀ ਮੰਗ ਹੈਗੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਵੀ ਕਿ ਦੇਖਦੇ ਹਾਂ ਵੀ ਕਿ ਹੁਣ ਤੱਕ ਸਾਰੀ ਰਾਜਸੀ ਪਾਰਟੀਆਂ ਜਿਹੜੀਆਂ ਕਿਸਾਨ ਹਮੈਤੀ ਹੋਣ ਦੀ ਵੱਡੀ ਗੱਲਾਂ ਤਾਂ ਕਰ ਰਹੀਆਂ ਸੀ, ਵੀ ਕਿ ਉਹ ਕਿੰਨੀ ਕੁ ਕਿਸਾਨਾਂ ਦੀ ਹਮੈਤੀ ਨੇ ਉਹ ਇਸ ਵੋਟਰ ਵਿਪ ਤੋਂ ਪਤਾ ਲੱਗੇਗਾ। ਇਸ ਵੋਟਰ ਵਿਪ ਰਾਹੀਂ ਉਹਨਾਂ ਨੇ ਕਈ ਤਰ੍ਹਾਂ ਦੀ ਗੱਲਾਂ ਰਾਜਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਕੀਤੀਆਂ ਤੇ ਕਈਆਂ ਅੱਜ ਉਹਨਾਂ ਨੇ ਈਮੇਲ ਰਾਹੀਂ ਵੀ ਇਹ ਸਾਰੇ ਜਿਹੜੇ ਵਿਰੋਧੀ ਧਿਰ ਦੀ ਪਾਰਟੀਆਂ ਦੇ ਸੰਸਦ ਮੈਂਬਰ ਨੇ ਇਹ ਵਿਪ ਜਿਹੜਾ ਹੈਗਾ ਭੇਜ ਦਿੱਤਾ। ਇਸ ਵਿਪ 'ਚ ਸੰਯੁਕਤ ਕਿਸਾਨ ਮੋਰਚੇ ਨੇ ਸਾਰੇ ਸੰਸਦ ਮੈਂਬਰਾਂ ਨੂੰ ਗੱਲ ਕੀਤੀ ਹੈ ਵੀ ਕਿ ਉਹ ਇਸ ਮੌਨਸੂਨ ਸੈਸ਼ਨ ਦੇ ਵਿੱਚ ਸਿਰਫ ਕਿਸਾਨੀ ਦੀ ਮੁੱਦੇ ਨੂੰ ਉੱਥੇ ਚੁੱਕਣ, ਹੋਰ ਕਿਸੇ ਮੁੱਦੇ ਵੱਲ ਧਿਆਨ ਨਾ ਕਰਨ, ਉੱਥੇ ਕਿਸਾਨੀ ਦੇ ਮੁੱਖ ਮੁੱਦੇ ਨੂੰ ਜਿਹੜਾ ਹੈ ਕੇਂਦਰਿਤ ਕਰਨ ਤੇ ਉਹ ਕਿਸੇ ਵੀ ਤਰ੍ਹਾਂ ਦੇ ਜਿਹੜਾ ਹੈਗਾ ਸਰਕਾਰ ਵੱਲੋਂ ਵਾਰ-ਵਾਰ ਚਾਹੇ ਉਹਨਾਂ ਨੂੰ ਸੰਸਦ ਤੋਂ ਬਾਹਰ ਵੀ ਕੀਤਾ ਜਾਵੇ, ਪਰ ਉਹਨਾਂ ਦਾ ਜਿਹੜਾ ਮੁੱਖ ਫੋਕਸ ਹੈਗਾ ਜਿਹੜਾ ਉਹ ਕਿਸਾਨੀ ਅੰਦੋਲਨ ਹੀ ਰਹਿਣਾ ਚਾਹੀਦਾ ਹੈ ਤੇ ਉਹ ਕਿਸਾਨੀ ਦੀ ਗੱਲ ਕਰਨ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਹੋਰ ਵੱਡੀ ਗੱਲ ਜਿਹੜੀ ਹੈ ਸੰਸਦ ਮੈਂਬਰਾਂ ਨੂੰ ਕਹੀ ਹੈ ਵੀ ਕਿ ਅਕਸਰ ਇੱਕ ਚੀਜ਼ ਦੇਖਣ 'ਚ ਆਉਂਦੀ ਹੈ ਵੀ ਕਿ ਸੰਸਦ ਮੈਂਬਰ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਮੁੱਦੇ 'ਤੇ ਲੈ ਕੇ ਜਿਹੜਾ ਹੈਗਾ ਉੱਥੇ ਸੰਸਦ ਵਿੱਚੋਂ ਵਾਕਆਊਟ ਕਰ ਦਿੰਦੇ ਨੇ ਤੇ ਬਾਹਰ ਆ ਜਾਂਦੇ। ਸੰਯੁਕਤ ਕਿਸਾਨ ਮੋਰਚੇ ਨੇ ਇਹ ਵਿਸ਼ੇਸ਼ ਤੌਰ 'ਤੇ ਸੰਸਦ ਮੈਂਬਰਾਂ ਨੂੰ ਕਿਹਾ ਵੀ ਕਿ ਕਿਹੋ ਜਿਹੇ ਵੀ ਹਾਲਾਤ ਬਣ ਜਾਣ ਪਰ ਉੱਥੇ ਵਾਕਆਊਟ ਨਹੀਂ ਕੀਤਾ ਜਾਏਗਾ, ਤੁਸੀਂ ਸੰਸਦ ਦੇ ਵਿੱਚ ਰਹਿ ਕੇ ਕਿਸਾਨੀ ਦੀ ਗੱਲ ਚੁੱਕਣੀ ਹੈ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਜਿਹੜਾ ਹੈਗਾ ਵਾਰ-ਵਾਰ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ। ਹੁਣ ਸੰਯੁਕਤ ਕਿਸਾਨ ਮੋਰਚੇ ਦੇ ਇਸ ਵਿਪ ਤੋਂ ਬਾਅਦ ਰਾਜਸੀ ਪਾਰਟੀਆਂ ਦੇ ਜਿਹੜਾ ਹੈਗਾ ਦਬਾਅ ਹੋਰ ਵੱਧ ਗਿਆ ਵੀ ਕਿ ਹੁਣ ਤੱਕ ਜਿਹੜੇ ਕਿਸਾਨ ਹਮੈਤੀ ਹੋਣ ਦੇ ਦਾਅਵੇ ਤਾਂ ਵੱਡੇ ਕਰ ਰਹੀਆਂ ਸੀ, ਪਰ ਉਹ ਕਿੰਨੀ ਕੁ ਕਿਸਾਨ ਹਮੈਤੀ ਨੇ ਉਹ ਇਸ ਸੰਸਦ ਦੇ ਸੈਸ਼ਨ ਤੋਂ ਪਤਾ ਲੱਗ ਜਾਏਗਾ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਹੋਰ ਇੱਕ ਗੱਲ ਸਪਸ਼ਟ ਕੀਤੀ ਹੈ ਵੀ ਕਿ ਉਹ ਜਿੱਥੇ ਇਸ ਮੌਨਸੂਨ ਸੈਸ਼ਨ ਦਾ ਸੰਸਦ ਦੇ ਬਾਹਰ ਬਹਿ ਕੇ ਵਿਰੋਧ ਕਰਨਗੇ, ਉੱਥੇ ਹੀ ਉਸ ਦੇ ਨਾਲ ਜਿਹੜਾ ਹੈ ਸਾਰੀ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਭੂਮਿਕਾ ਦਾ ਜਿਹੜਾ ਹੈਗਾ ਤੇ ਵੀ ਨਜ਼ਰ ਰੱਖਣਗੇ, ਤਾਂ ਜੋ ਦੇਖਿਆ ਜਾ ਸਕੇ ਵੀ ਕਿਹੜੀ ਰਾਜਸੀ ਪਾਰਟੀ ਦਾ ਆਗੂ ਜਿਹੜਾ ਹੈਗਾ ਕਿਸਾਨੀ ਦੀ ਗੱਲ ਚੁੱਕ ਰਿਹਾ ਜਾਂ ਕਿਹੜੀ ਪਾਰਟੀ ਦਾ ਨਹੀਂ ਚੁੱਕ ਰਿਹਾ। ਤੇ ਉਹਨਾਂ ਦਾ ਇਹ ਵੀ ਐਲਾਨ ਕੀਤਾ ਹੈ ਵੀ ਕਿ ਜਿੱਥੇ ਹੁਣ ਤੱਕ ਦੇਸ਼ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਉਸ ਦੀ ਭਾਈਵਾਲ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਵੇਂ ਕਿ ਮੁੱਖ ਤੌਰ 'ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਹੀ ਰਿਹਾ, ਤੇ ਉਸੇ ਤਰ੍ਹਾਂ ਜਿਹੜਾ ਹੈਗਾ ਜੇ ਕਿਸੇ ਹੋਰ ਰਾਜਸੀ ਪਾਰਟੀ ਵੱਲੋਂ ਸੰਸਦ ਦੇ ਸੈਸ਼ਨ ਦੇ ਵਿੱਚ ਕਿਸਾਨੀ ਦੀ ਗੱਲ ਨਹੀਂ ਚੁੱਕੀ ਜਾਂਦੀ ਤਾਂ ਦੇਸ਼ ਭਰ ਦੇ ਵਿੱਚ ਹੋਰਨਾਂ ਪਾਰਟੀਆਂ ਦਾ ਵੀ ਉਸੇ ਤਰ੍ਹਾਂ ਵਿਰੋਧ ਕੀਤਾ ਜਾਏਗਾ। ਉਹ ਜਿੱਥੇ ਵੀ ਉਹਨਾਂ ਦੀ ਪਾਰਟੀ ਦੇ ਆਗੂ ਜਾਣਗੇ, ਕਿਸਾਨ ਜਥੇਬੰਦੀਆਂ ਉਹਨਾਂ ਦਾ ਵਿਰੋਧ ਕਰਨਗੀਆਂ। ਸੰਯੁਕਤ ਕਿਸਾਨ ਮੋਰਚੇ ਦੇ ਇਸ ਐਲਾਨ ਤੋਂ ਬਾਅਦ ਸਾਰੀ ਰਾਜਸੀ ਪਾਰਟੀਆਂ ਦੇ ਵਿੱਚ ਜਿਹੜਾ ਹੈਗਾ ਇੱਕ ਹਲਚਲ ਪੈਦਾ ਹੋ ਗਈ ਆ। ਉਹ ਸਾਰੀ ਛੱਛੋ ਪੰਚ ਪਈਆਂ ਹੋਈਆਂ ਨੇ ਵੀ ਕਿ ਉਹ ਕਿਸ ਤਰ੍ਹਾਂ ਦੀ ਗੱਲ ਉੱਥੇ ਜਾ ਕੇ ਕਰਨਗੇ। ਇਸ ਨੂੰ ਲੈ ਕੇ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਲੈਵਲ 'ਤੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਅੱਜ 17 ਜੁਲਾਈ ਜਿਹੜੀ ਹੈ ਹੋ ਚੁੱਕੀ ਹੈ ਤੇ 19 ਜੁਲਾਈ ਤੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਣਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੋਂ ਬਾਅਦ ਜਿਹੜਾ ਹੈਗਾ ਸਾਰੀ ਪਾਰਟੀਆਂ ਦੀ ਜਿਹੜੀ ਗਤੀਵਿਧੀਆਂ
ਕਿਸਾਨੀ ਦੇ ਮੁੱਦੇ ਵੱਲ ਕੇਂਦਰਿਤ ਹੋਣ ਲਈ ਜਿਹੜਾ ਹੈ ਆਪੋ ਆਪਣੀ ਮੀਟਿੰਗਾਂ ਕਰ ਰਹੀਆਂ ਨੇ। ਅਸੀਂ ਦੱਸਣਾ ਚਾਹਾਂਗੇ ਜਿੱਥੇ ਹੁਣ ਤੱਕ ਸਾਰੀ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਲਈ ਹਮਾਇਤ 'ਚ ਵੱਡੇ ਵੱਡੇ ਬਿਆਨ ਦਿੱਤੇ ਜਾ ਰਹੇ ਸੀ, ਇਸ ਵਿਪ ਤੋਂ ਬਾਅਦ ਹਲੇ ਤੱਕ ਕਿਸੇ ਸਿਆਸੀ ਪਾਰਟੀ ਵੱਲੋਂ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ। ਪਰ ਆਮ ਆਦਮੀ ਪਾਰਟੀ ਜੋ ਕਿ ਪਹਿਲਾਂ ਵੀ ਕਿਸਾਨਾਂ ਦੀ ਹਮਾਇਤ ਵਿੱਚ ਖੜੇ ਹੋਣ ਦੇ ਦਾਅਵਾ ਕਰ ਰਹੀ ਸੀ ਤੇ ਹੁਣ ਵੀ ਉਸ ਵੱਲੋਂ ਸਭ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਭਗਵੰਤ ਮਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਆਪਣੀ ਪਾਰਟੀ ਵੱਲੋਂ ਅਗਵਾਈ ਕਰਦਿਆਂ ਕਿਹਾ ਵੀ ਉਹ ਕਿਸਾਨਾਂ ਵੱਲੋਂ ਜਾਰੀ ਕੀਤੀ ਵਿਪ ਦੀ ਹਮਾਇਤ ਕਰਦੇ ਨੇ। ਉਹ ਕਿਸਾਨਾਂ ਵੱਲੋਂ ਵਿਪ ਦੇ ਵਿੱਚ ਜੋ ਵੀ ਕੁਝ ਕਿਹਾ ਗਿਆ ਉਹ ਇਹਨਾਂ ਗੱਲਾਂ ਨੂੰ ਸੰਸਦ ਤੱਕ ਲੈ ਕੇ ਜਾਣਗੇ ਤੇ ਇਸ ਵਾਰ ਸੰਸਦ ਦੇ ਵਿੱਚ ਜਿਹੜਾ ਹੈਗਾ ਕਿਸਾਨੀ ਦੀ ਗੱਲ ਨੂੰ ਪਹਿਲਾਂ ਵੀ ਜਿਵੇਂ ਉਹ ਚੁੱਕਦੇ ਆ ਰਹੇ ਨੇ ਤੇ ਹੁਣ ਵੀ ਜਿਹੜਾ ਉਹ ਕਿਸਾਨਾਂ ਦੀ ਆਵਾਜ਼ ਬਣ ਕੇ ਉੱਥੇ ਸੰਸਦ ਵਿੱਚ ਗੂੰਜਣਗੇ। ਦੋਸਤੋ, ਅਸੀਂ ਦੱਸਣਾ ਚਾਹਾਂਗੇ ਆਮ ਆਦਮੀ ਪਾਰਟੀ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਕਿਸਾਨ ਅੰਦੋਲਨ ਦੀ ਹਮਾਇਤ ਕਰਦੀ ਆ ਰਹੀ ਹੈ, ਕਿਉਂਕਿ ਕਿਸਾਨ ਅੰਦੋਲਨ ਦਿੱਲੀ ਦੀ ਬਰੂਹਾਂ 'ਤੇ ਚੱਲ ਰਿਹਾ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੋਣ ਕਰਕੇ ਉਹ ਪਹਿਲਾਂ ਵੀ ਜਿਹੜਾ ਹੈਗਾ ਕਿਸਾਨ ਅੰਦੋਲਨ ਦੀ ਕਿਸੇ ਨਾ ਕਿਸੇ ਤਰ੍ਹਾਂ ਹਮਾਇਤ ਕਰਦੀ ਹੈ। ਚਾਹੇ ਉਹਨਾਂ ਨੇ ਇੰਟਰਨੈਟ ਦੀ ਜਿਹੜੀ ਅਵੇਲੇਬਿਲਿਟੀ ਕਰਾ ਕੇ ਦਿੱਤੀ ਹੋਵੇ, ਚਾਹੇ ਉੱਥੇ ਬਾਥਰੂਮਾਂ ਦੀ, ਚਾਹੇ ਹੋਰ ਪੀਣ ਵਾਲੇ ਪਾਣੀ ਦੀ, ਬਿਜਲੀ ਪ੍ਰਬੰਧਾਂ ਦੀ, ਇਸ ਤਰ੍ਹਾਂ ਕਈ ਤਰ੍ਹਾਂ ਦੀ ਜਿਹੜੀ ਹੈਗੀ ਹੈ ਪ੍ਰਬੰਧ ਉੱਥੇ ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਕਿਸਾਨ ਅੰਦੋਲਨ ਨੂੰ ਕਰਵਾ ਕੇ ਦਿੱਤੇ ਨੇ। ਤੇ ਹੁਣ ਦੇਖਾਂਗੇ ਇਹ ਕਿ ਭਗਵੰਤ ਮਾਨ ਨੇ ਜਿਹੜੇ ਐਲਾਨ ਕੀਤਾ ਵੀ ਕਿ ਉਸ 'ਤੇ ਉਹ ਸੰਸਦ ਵਿੱਚ ਕਿਸ ਤਰ੍ਹਾਂ ਬੋਲਦੇ ਨੇ, ਇਹ ਤਾਂ ਹੁਣ ਸੰਸਦ ਦਾ ਸੈਸ਼ਨ ਹੀ ਦੱਸੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਹੈ ਇੱਕ ਐਲਾਨ ਕੀਤਾ ਹੈ ਵੀ ਕਿ ਉਹ ਸੰਸਦ ਦੇ ਵਿੱਚ ਅਜੋਇੰਟਮੈਂਟ ਮੋਸ਼ਨ ਲੈ ਕੇ ਆਉਣਗੇ, ਜਿਸ ਨੂੰ ਲੈ ਕੇ ਵੀ ਕਿ ਇਹ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨਗੇ, ਜਿਸ ਲਈ ਉਹ ਵੱਖ-ਵੱਖ ਰੀਜਨਲ ਪਾਰਟੀਆਂ ਦੇ ਨਾਲ ਸੰਪਰਕ ਕਰ ਰਹੇ ਨੇ। ਤੇ ਹੁਣ ਤੱਕ ਜਿਹੜਾ ਪਤਾ ਲੱਗਿਆ ਗੱਲਾਂ ਸਾਹਮਣੇ ਆਈਆਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਕਿ ਸ਼ਿਵ ਸੈਨਾ, ਬਹੁਜਨ ਸਮਾਜ ਪਾਰਟੀ, NCP, DMK ਤੇ TMC ਵੱਲੋਂ ਇਸ ਐਡਜੋਇੰਟਮੈਂਟ ਮੋਸ਼ਨ ਨੂੰ ਜਿਹੜਾ ਹੈਗਾ ਹਮਾਇਤ ਮਿਲ ਚੁੱਕੀ ਹੈ ਤੇ ਉਹਨਾਂ ਨੇ ਹਮਾਇਤ ਕਰਨ ਦਾ ਜਿਹੜਾ ਹੈ ਅਕਾਲੀ ਦਲ ਨੂੰ ਵਿਸ਼ਵਾਸ ਦਿਵਾ ਦਿੱਤਾ। ਪਰ ਅਸੀਂ ਦੱਸਾਂਗੇ ਉਰੇ ਕਿ ਕੋਈ ਵੀ ਇਸ ਤਰ੍ਹਾਂ ਦਾ ਮੋਸ਼ਨ ਲਿਆਉਣ ਲਈ ਘੱਟੋ ਘੱਟ ਜਿਹੜਾ ਹੈਗਾ 50 ਸੰਸਦ ਮੈਂਬਰਾਂ ਦੇ ਹਸਤਾਖਰ ਹੋਣੇ ਬਹੁਤ ਜ਼ਰੂਰੀ ਨੇ। ਤੇ ਅਕਾਲੀ ਦਲ ਜਿਹੜਾ ਹੈਗਾ ਉਸੇ ਲਈ ਜਹਿਦ ਕਰ ਰਿਹਾ, ਉਹ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਸੰਪਰਕ ਕਰ ਰਿਹਾ। ਹੁਣ ਦੇਖਾਂਗੇ ਇਹ ਵੀ ਕਿ ਉਹ ਆਪਣੇ ਇਸ ਮੋਸ਼ਨ ਨੂੰ ਲਿਆਉਣ 'ਚ ਕਿੰਨਾ ਕੁ ਕਾਮਯਾਬ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੋਸਤੋ, ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕਰਕੇ ਹਟਿਆ ਵੀ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਅਤੇ ਉਸ ਦੀ ਭਾਈਵਾਲ ਪਾਰਟੀ ਦਾ ਜਿਹੜਾ ਹੈਗਾ ਵਿਰੋਧ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ, ਹਰਿਆਣੇ 'ਚ ਭਾਜਪਾ ਨਾਲ JJP ਉਹਦੀ ਭਾਈਵਾਲ ਪਾਰਟੀ ਹੈ ਉਸ ਦਾ ਲਗਾਤਾਰ ਵਿਰੋਧ ਜਾਰੀ ਹੈ। ਤੇ ਪਿਛਲੇ ਦਿਨੀ 10 ਜੁਲਾਈ ਨੂੰ ਹਰਿਆਣਾ ਦੇ ਹਿਸਾਰ ਦੇ ਵਿੱਚ ਇੱਕ ਸਮਾਗਮ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ। ਉਸ ਦੌਰਾਨ ਭਾਜਪਾ ਆਗੂਆਂ ਵੱਲੋਂ ਜਿਹੜਾ ਹੈ ਕਈ ਤਰ੍ਹਾਂ ਦੇ ਅਸ਼ਲੀਲ ਇਸ਼ਾਰੇ ਕਰਨ ਦਾ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦੋਸ਼ ਲਾ ਰਹੀਆਂ ਨੇ ਤੇ ਉਸ ਨੂੰ ਲੈ ਕੇ ਜਿਹੜਾ ਹੈ ਪਹਿਲਾਂ ਵੀ ਉਹਨਾਂ ਨੇ ਸਿਰਸਾ ਦੇ ਵਿੱਚ ਸਾਬਕਾ ਮੰਤਰੀ ਮਨੀਸ਼ ਗਰੋਵਰ ਦੇ ਘਰ ਦਾ ਘਿਰਾਓ ਕੀਤਾ ਸੀ ਤੇ ਉਹ ਹੁਣ ਤੱਕ ਲਗਾਤਾਰ ਜਾਰੀ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਵੀ ਕਿ ਭਾਵੇਂ ਮਨੀਸ਼ ਗਰੋਵਰ ਨੇ ਜਿਹੜਾ ਹੈਗਾ ਵੀਡੀਓ ਜਾਰੀ ਕਰਕੇ ਆਪਣੇ ਕਿਸਾਨਾਂ ਤੋਂ ਮਾफ़ੀ ਮੰਗ ਲਈ ਸੀ, ਪਰ ਉਹ ਅੱਗੇ ਆਉਣ 'ਤੇ ਜਿਹੜਾ ਹੈਗਾ ਸਰੀਰਕ ਤੌਰ 'ਤੇ ਮਾफ़ੀ ਮੰਗਣ। ਇਸ ਦੇ ਨਾਲ ਹੀ ਸਿਰਸਾ ਪੁਲਿਸ ਵੱਲੋਂ ਜਿਹੜਾ ਹੈਗਾ ਉਹਨਾਂ ਦੇ ਘਰ ਦੇ ਘਿਰਾਓ ਦੌਰਾਨ ਜਿਹੜਾ ਹੈਗਾ 100 ਦੇ ਕਰੀਬ ਕਿਸਾਨਾਂ 'ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ 5 ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਇਸ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਵੀ ਕਿ ਕਿਸੇ ਦੇ ਵਿਰੋਧ ਕਰਨਾ ਜਿਹੜਾ ਹੈਗਾ ਉਹ ਹਰ ਬੰਦੇ ਦਾ ਇੱਕ ਸੰਵਿਧਾਨਕ ਹੱਕ ਹੈ ਤੇ ਉਹ ਬੜੇ ਸ਼ਾਂਤਮਈ ਢੰਗ ਨਾਲ ਉਹ ਵਿਰੋਧ ਕਰ ਰਹੇ ਸੀ। ਉਹ 'ਚ ਦੇਸ਼ ਧਰੋਹ ਦੀ ਧਾਰਾ ਲਾਉਣ ਦਾ ਕੀ ਮਤਲਬ ਹੈ? ਤੇ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੀਨੀਅਰ ਆਗੂ ਨੇ ਤੇ ਸੰਯੁਕਤ ਕਿਸਾਨ ਮੋਰਚਾ ਦੇ ਵੀ ਆਗੂ ਨੇ, ਰਾਕੇਸ਼ ਟਕੈਤ, ਯੋਗੇਂਦਰ ਯਾਦਵ ਸਣੇ ਹੋਰ ਵੀ ਕਈ ਸੀਨੀਅਰ ਆਗੂ ਜਿਹੜੇ ਸਿਰਸਾ ਵਿੱਚ ਪਹੁੰਚੇ ਹੋਏ ਨੇ ਤੇ ਉਹ ਉੱਥੇ ਜਿਹੜਾ ਹੈ ਪੁਲਿਸ ਮੁਖਿਆਲੇ ਦਾ ਘਿਰਾਓ ਕਰਕੇ ਜਿਹੜਾ ਹੈਗਾ ਇਹ ਕੇਸ ਰੱਦ ਕਰਨ ਦੀ ਮੰਗ ਕਰ ਰਹੇ ਨੇ ਤੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਕਿਸਾਨ ਨੇ ਉਹਨਾਂ ਨੂੰ ਰਿਹਾਈ ਦੀ ਵੀ ਗੱਲ ਕਰ ਰਹੇ ਨੇ। ਇਸ ਦੇ ਨਾਲ ਹੀ ਅਸੀਂ ਦੱਸਣਾ ਚਾਹਾਂਗੇ ਜਿੱਥੇ ਪੰਜਾਬ ਹਰਿਆਣਾ ਦੇ ਵਿੱਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਸੀ, ਅੱਜ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਕੀਤਾ। ਚੰਡੀਗੜ੍ਹ 'ਚ ਸੈਕਟਰ 48 ਵਿੱਚ ਇੱਕ ਸਮਾਗਮ ਰੱਖਿਆ ਗਿਆ ਸੀਗਾ ਜਿਸ 'ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੰਜੇ ਟੰਡਨ, ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ ਤੇ ਹੋਰ ਵੀ ਜਿਹੜੇ ਭਾਜਪਾ ਦੇ ਆਗੂ ਉੱਥੇ ਪਹੁੰਚੇ ਸੀ। ਤੇ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਐਲਾਨ ਕਰਤਾ ਸੀ ਵੀ ਕਿ ਜੇ ਭਾਜਪਾ ਆਗੂ ਉੱਥੇ ਆਉਣਗੇ ਤਾਂ ਉਹ ਉਹਨਾਂ ਦਾ ਵਿਰੋਧ ਕਰਨਗੇ, ਕਾਲੇ ਝੰਡੇ ਦਿਖਾਉਣਗੇ। ਤੇ ਇਸ ਦੌਰਾਨ ਜਿਹੜਾ ਹੈਗਾ ਉਸੇ ਤਰ੍ਹਾਂ ਜਿਵੇਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ, ਕਿਸਾਨ ਆਗੂਆਂ ਨੇ
ਭਾਜਪਾ ਆਗੂਆਂ ਨੂੰ ਜਿਹੜਾ ਹੈਗਾ ਕਾਲੇ ਝੰਡੇ ਦਿਖਾਏ, ਉਹਨਾਂ ਦਾ ਵਿਰੋਧ ਕੀਤਾ ਤੇ ਇਸ ਦੌਰਾਨ ਪੁਲਿਸ ਵੱਲੋਂ ਜਿਹੜਾ ਹੈ ਲਾਠੀਚਾਰਜ ਦੀ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ। ਤੇ ਇਸੇ ਵਿੱਚ ਜਿਹੜਾ ਹੈਗਾ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ, ਜਿਹਦੇ ਵਿੱਚ 2 ਬੱਚਿਆਂ ਦਾ ਵੀ ਪਤਾ ਲੱਗ ਰਿਹਾ ਵੀ ਕਿ ਜਿਨ੍ਹਾਂ ਦੀ ਉਮਰ 12 ਤੋਂ 14 ਸਾਲ ਹੈਗੀ ਹੈ। ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਹੈ ਥਾਣੇ ਲੈ ਗਈ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਜਿਹੜਾ ਹੈ ਗੁੱਸੇ 'ਚ ਆਏ ਕਿਸਾਨ ਆਗੂਆਂ ਵੱਲੋਂ ਉਰੇ ਪੁਲਿਸ ਥਾਣੇ ਦਾ ਜਿਹੜਾ ਹੈ ਘਿਰਾਓ ਕਰ ਲਿੱਤਾ ਹੈ ਵੀ ਕਿ ਹੁਣ ਉਹ ਘਿਰਾਓ ਕਿੰਨਾ ਕੁ ਲੰਬਾ ਸਮਾਂ ਚੱਲੇਗਾ, ਕੀ ਹੋਵੇਗਾ, ਇਹ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀ ਉੱਥੇ ਪਹੁੰਚ ਚੁੱਕੇ ਨੇ। ਉੱਥੇ ਜਿਹੜਾ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂ ਜਿਹੜੇ ਉਹ ਪਹੁੰਚ ਗਏ ਨੇ। ਕੀ ਹੋਵੇਗਾ ਉਹ ਤਾਂ ਸਮਾਂ ਰਹਿੰਦੇ ਸਭ ਦੇ ਸਾਹਮਣੇ ਆ ਹੀ ਜਾਏਗਾ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦੇ ਐਲਾਨ ਦੇ ਨਾਲ ਨਾਲ ਜਿਹੜਾ ਹੈਗਾ ਰਾਜਸੀ ਪਾਰਟੀਆਂ ਦੀ ਹੁਣ ਬਹੁਤ ਮੁਸ਼ਕਿਲਾਂ ਵੱਧ ਗਈਆਂ ਨੇ। ਤੇ ਦੇਖਣ ਵਾਲੀ ਗੱਲ ਇਹੀ ਹੈ ਵੀ ਕਿ ਉਹ ਸੰਸਦ 'ਚ ਕਿਵੇਂ ਆਵਾਜ਼ ਚੁੱਕਣਗੇ। ਦੋਸਤੋ, ਇਹਦੇ ਨਾਲ ਹੀ ਇੱਕ ਹੋਰ ਮੁੱਦਾ ਅਸੀਂ ਜਿਹੜਾ ਤੁਹਾਡੇ ਨਾਲ ਦੱਸਣਾ ਚਾਹਾਂਗੇ ਵੀ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਸੈਕਟਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਸਿਹਤ ਕੇਂਦਰਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ ਜਿਹੜੀ ਲੈਬੋਰੇਟਰੀਜ਼ ਨੇ, ਹੋਰ ਪ੍ਰਬੰਧ ਨੇ, ਉਹਨਾਂ ਨੂੰ ਨਿੱਜੀ ਹੱਥਾਂ ਵੱਲ ਦੇਣ ਦੀ ਤਿਆਰੀ ਕਰ ਲਈ ਹੈ। ਤੇ ਅਸੀਂ ਦੱਸਣਾ ਚਾਹਾਂਗੇ ਵੀ ਕਿ ਕਰੋਨਾ ਮਹਾਮਾਰੀ ਦੌਰਾਨ ਇੱਕ ਚੀਜ਼ ਸਭ ਨੇ ਸਪਸ਼ਟ ਕਰ ਦਿੱਤੀ ਹੈ ਵੀ ਕਿ ਨਿੱਜੀਕਰਨ ਜਿਹੜਾ ਹੈਗਾ ਕਿੰਨਾ ਕੁ ਉਹ ਮਾਰੂ ਹੈ, ਵੀ ਕਿ ਉਹ ਆਪਣੇ ਸਿਰਫ ਸਵਾਰਥ ਲਈ ਜਿਹੜਾ ਹੈਗਾ ਕੰਮ ਕਰਦੇ ਨੇ। ਉਸ ਦੇ ਬਾਵਜੂਦ ਸਰਕਾਰਾਂ ਵੱਲੋਂ ਇਹ ਫੈਸਲੇ ਲੈਣੇ ਜਿਹੜੇ ਹੈਗੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਵੀ ਕਿਵੇਂ ਨਿੱਜੀ ਜਿਹੜੇ ਹੈਗੇ ਕੰਪਨੀਆਂ ਨੇ, ਨਿੱਜੀ ਹਸਪਤਾਲਾਂ ਨੇ ਆਕਸੀਜਨ ਦੇ ਨਾਮ 'ਤੇ ਕਹਿ ਲਓ, ਚਾਹੇ ਜਿਹੜਾ ਹੈਗਾ ਵੈਕਸੀਨੇਸ਼ਨ ਦੇ ਨਾਂ 'ਤੇ, ਟੀਕਾਕਰਨ ਦੇ ਨਾਂ 'ਤੇ, ਜਾਂ ਕਰੋਨਾ ਮਰੀਜ਼ਾਂ ਦੇ ਇਲਾਜ ਦੇ ਨਾਂ 'ਤੇ ਜਿਹੜਾ ਹੈਗਾ ਕਿੰਨੇ ਲੱਖਾਂ ਰੁਪਏ ਦੇ ਲੋਕਾਂ ਦੇ ਬਿੱਲ ਬਣਾਏ ਨੇ। ਤੇ ਹੁਣ ਜਿਹੜਾ ਹੈਗਾ ਜੇ ਹਸਪਤਾਲਾਂ ਦੇ ਵਿੱਚ ਉਹਨਾਂ ਦੀ ਲੈਬੋਰਟਰੀਆਂ ਜਿਹੜੀਆਂ ਹੈਗੀਆਂ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ, ਉਹ ਕਿੰਨਾ ਕੁ ਜਿਹੜਾ ਹੈਗਾ ਸਹੀ ਕੰਮ ਕਰਨਗੀਆਂ, ਇਹ ਸਭ ਦੇ ਸਾਹਮਣੇ ਹੀ ਹੈ। ਸਰਕਾਰ ਦਲੀਲ ਇਸ ਤਰ੍ਹਾਂ ਹੀ ਦੇ ਰਹੀ ਹੈ ਵੀ ਕਿ ਸਰਕਾਰੀ ਹਸਪਤਾਲ ਦੇ ਵਿੱਚ ਪ੍ਰਬੰਧ ਉਸ ਤਰ੍ਹਾਂ ਹੀ ਨਹੀਂ ਕੀਤੇ ਜਾ ਪਾ ਰਹੇ ਜਿਸ ਤਰ੍ਹਾਂ ਇਹ ਲੋਕਾਂ ਨੂੰ ਦੇਣੇ ਚਾਹੀਦੇ ਆ, ਵੀ ਕਿ ਸਰਕਾਰੀ ਹਸਪਤਾਲਾਂ ਦੀ ਲੈਬੋਰਟਰੀਆਂ ਜਿਹੜੀਆਂ 24 ਘੰਟੇ ਨਹੀਂ ਕੰਮ ਕਰ ਪਾਉਂਦੀਆਂ, ਪਰ ਜੇ ਨਿੱਜੀ ਲੈਬੋਰਟਰੀਆਂ ਹੋਣਗੀਆਂ ਉਹ 24 ਘੰਟੇ ਕੰਮ ਕਰਨਗੀਆਂ। ਤੇ ਇਸ ਪਿੱਛੇ ਕਿਤੇ ਨਾ ਕਿਤੇ ਉਹਨਾਂ ਨੂੰ ਸਟਾਫ ਦੀ ਕਮੀ ਦਾ ਵੀ ਜਿਹੜਾ ਹਵਾਲਾ ਦਿੱਤਾ ਜਾ ਰਿਹਾ, ਪਰ ਉਰੇ ਸਰਕਾਰ ਦੀ ਇਹ ਆਪ ਦੀ ਖੁਦ ਜ਼ਿੰਮੇਵਾਰੀ ਬਣਦੀ ਹੈ ਵੀ ਕਿ ਉਹ ਜਿਹੜਾ ਹੈਗਾ ਆਪਣੇ ਸਟਾਫ ਦੀ ਜਿਹੜੀ ਉੱਥੇ ਘਾਟ ਨੂੰ ਪੂਰਾ ਕਰਨ। ਇਸ ਦੇ ਨਾਲ ਹੀ ਜਿਹੜਾ ਹੈਗਾ ਸਮੇਂ-ਸਮੇਂ 'ਤੇ ਨਿੱਜੀ ਲੈਬੋਰਟਰੀਆਂ ਦੇ ਜਾਂ ਨਿੱਜੀ ਹਸਪਤਾਲਾਂ ਦੇ ਜਿਹੜਾ ਹੈਗਾ ਇਲਾਜ ਨੂੰ ਲੈ ਕੇ ਸਵਾਲ ਖੜੇ ਹੁੰਦੇ ਰਹੇ ਨੇ, ਪਰ ਸਰਕਾਰੀ ਹਸਪਤਾਲਾਂ 'ਤੇ ਲੋਕਾਂ ਦੀ ਥੋੜ੍ਹੀ ਬਹੁਤੀ ਭਰੋਸੇਯੋਗਤਾ ਬਣੀ ਹੋਈ ਹੈ। ਲੋਕ ਸਰਕਾਰੀ ਹਸਪਤਾਲਾਂ 'ਤੇ ਯਕੀਨ ਕਰਦੇ ਨੇ, ਪਰ ਉਸ ਦੇ ਬਾਵਜੂਦ ਇਹ ਹਸਪਤਾਲਾਂ ਦੇ ਪ੍ਰਬੰਧ ਨਿੱਜੀ ਹੱਥਾਂ ਵੱਲ ਦੇਣਾ ਜਿਹੜਾ ਹੈਗਾ ਕਈ ਤਰ੍ਹਾਂ ਦੀ ਗੱਲਾਂ ਖੜੀ ਕਰਦਾ, ਕਈ ਸਵਾਲ ਖੜੇ ਕਰਦਾ। ਤੇ ਉੱਥੇ ਹੀ ਸਿਹਤ ਮਾਹਰ ਇਹ ਵੀ ਗੱਲ ਕਹਿ ਰਹੇ ਨੇ ਵੀ ਕਿ ਸਰਕਾਰੀ ਹਸਪਤਾਲਾਂ ਦੇ ਪ੍ਰਬੰਧ ਜਿਹੜੇ ਹੈਗੇ ਨਿੱਜੀ ਹੱਥਾਂ 'ਚ ਦੇ ਕੇ ਕੋਈ ਇਹਦਾ ਹੱਲ ਨਹੀਂ ਕੱਢਿਆ ਜਾ ਸਕਦਾ। ਚਾਹੇ ਕੇਂਦਰ ਸਰਕਾਰ ਹੋਵੇ, ਚਾਹੇ ਸੂਬਾ ਸਰਕਾਰਾਂ, ਉਹ ਸਮੇਂ-ਸਮੇਂ 'ਤੇ ਜਿਹੜਾ ਹੈਗੀ ਸਿਹਤ ਦੇ ਬਜਟ ਜਿਹੜੇ ਆ ਘਟਾਉਂਦੀਆਂ ਜਾ ਰਹੀਆਂ ਨੇ। ਜਦ ਕਿ ਕਰੋਨਾ ਵਰਗੀ ਮਹਾਮਾਰੀ ਨੇ ਇੱਕ ਚੀਜ਼ ਸਭ ਦੇ ਸਾਹਮਣੇ ਲਿਆ ਕੇ ਰੱਖਤੀ ਵੀ ਕਿ ਕਿਸੇ ਵੀ ਦੇਸ਼ ਦੇ ਜਿਹੜੇ ਹੈਗੇ ਸਿਹਤ ਪ੍ਰਬੰਧ ਹੋਣ, ਸਿੱਖਿਆ ਪ੍ਰਣਾਲੀ ਹੋਵੇ ਜਾਂ ਬੁਨਿਆਦੀ ਢਾਂਚਾ ਹੋਵੇ, ਉਸ ਨੂੰ ਜਿਹੜਾ ਹੈਗਾ ਸਰਕਾਰਾਂ ਹੀ ਚਲਾ ਸਕਦੀਆਂ ਨੇ, ਕਿ ਉਹ ਸਰਕਾਰਾਂ ਜਿਹੜਾ ਹੈਗੀਆਂ ਉਹ ਕਿਸੇ ਵੀ ਸਵਾਰਥ ਤੋਂ ਬਿਨਾਂ ਕੰਮ ਕਰਦੀਆਂ ਨੇ। ਜਦ ਕਿ ਨਿੱਜੀ ਖੇਤਰ ਆਪਣੇ ਨਿੱਜੀ ਸਵਾਰਥ ਲਈ ਕੰਮ ਕਰਦੇ ਨੇ, ਉਹ ਆਪਣੀ ਕਮਾਈ ਲਈ ਕੰਮ ਕਰਦੇ ਨੇ, ਪਰ ਸਰਕਾਰ ਜਿਹੜੀ ਹੈਗੀ ਆ ਉਹ ਲੋਕਾਂ ਦੇ ਪੈਸੇ ਨੂੰ ਲੋਕਾਂ ਦੀ ਭਲਾਈ ਲਈ ਵਰਤਣ ਲਈ ਜਿਹੜਾ ਹੈਗਾ ਕਾਰਗੁਜ਼ਾਰੀ ਕਰਦੀ ਹੈ। ਉਸ ਦੇ ਬਾਵਜੂਦ ਜਿਹੜਾ ਹੈਗਾ ਇਸ ਤਰ੍ਹਾਂ ਦੀ ਨਿੱਜੀ ਹੱਥਾਂ ਵੱਲ ਜਿਹੜਾ ਹੈਗਾ ਹਸਪਤਾਲਾਂ ਦੇ ਜਾਂ ਹੋਰ ਖੇਤਰਾਂ ਦੇ ਪ੍ਰਬੰਧ ਦੇਣਾ ਜਿਹੜਾ ਹੈਗਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਕਰਦਾ। ਤੇ ਦੋਸਤੋ, ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਕਿ ਕੇਂਦਰ ਸਰਕਾਰ ਤਾਂ ਜਿਹੜੀ ਹੈ ਕਾਰਪੋਰੇਟ ਦੇ ਹੱਥ ਜਿਹੜਾ ਹੈਗਾ ਝੁਕਦੀ ਜਾ ਹੀ ਰਹੀ ਹੈ, ਕਾਰਪੋਰੇਟ ਪੱਖੀ ਫੈਸਲੇ ਲੈ ਹੀ ਰਹੀ ਹੈ। ਤੇ ਉੱਥੇ ਹੁਣ ਸੂਬਾ ਸਰਕਾਰਾਂ ਵੀ ਜਿਹੜੀ ਹੈਗੀ ਇਸ ਤਰ੍ਹਾਂ ਹੀ ਫੈਸਲੇ ਲੈਣ ਲੱਗ ਪਈਆਂ ਨੇ, ਪਰ ਉਹਨਾਂ ਨੂੰ ਇਸ ਚੀਜ਼ 'ਤੇ ਜਿਹੜਾ ਹੈਗਾ ਦੁਬਾਰਾ ਵਿਚਾਰ ਕਰਨਾ ਚਾਹੀਦਾ, ਬੈਠ ਕੇ ਜਿਹੜਾ ਹੈਗਾ ਸਰਕਾਰੀ ਪ੍ਰਬੰਧਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਹੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ, ਨਾ ਕਿ ਨਿੱਜੀ ਹੱਥਾਂ ਵੱਲ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੇ ਆਪਣਾ ਪੱਲਾ ਝਾੜਨਾ ਚਾਹੀਦਾ। ਦੋਸਤੋ, ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।